फतेह फतेह। वाहिगुरु जी का खालसा वाहिगुरु जी की फतेह फतेह। श्री वाहेगुरु जी। एक ओंकार सतगुर प्रसाद। तनासरी महला पंजवा। जिसका तन मन तन सब तिसका, सोई सुगड़ सुजानी। तिन ही सुनिया दुख सुख मेरा, तो विद नीकी खटानी। जिसका तन मन तन सब तिसका, सोई सुगड़ सुजानी। तिन ही सुनिया दुख सुख मेरा, तो वद नीकी खटानी। जी की एक ही पैमानी, अवर जतन कर रहे बो तेरे। तिन तिल नहीं कीमत जानी। रहाओ अमृत नाम निर्मोलक हीरा, गुर दीनो मंतानी। डिगे ना डोले दृढ़ कर रहे पूरन होए त्रिपतानी। ओए जो बीच हम तुम कश होते, तिनकी बात बेलानी। अलंकार मिल थैली हुई है, ताते कानक बखानी। प्रगट्यो जोत सहज सुख शोभा, बाजे अनहत बानी। कहो नानक निहचल कर बाध्यो, गुर की ओ बंदानी। प्रगट्यो जोत सहज सुख शोभा, बाजे अनहत बानी। कहो नानक निहचल कर बाध्यो, गुर की ओ बंदानी। वाहिगुरु जी का खालसा वाहिगुरु जी की फतेह। ਵੱਡੇ ਕੀਆਂ ਵਡਿਆਈਆਂ, किश कहना कहन न जाए। सो करता कादर करीम, दे जियां रिजक संभाहे। साई कार कमावणी, तुर छोड़ी तिन्नै पाई। नानके की बाहरी होर दूजी नाही जाए। सो करे जे तिसै रजाए। जुगो जुग अटल चवर छत्र तख्त दे मालक सतਿਗੁਰੂ ਧੰਨ ਧੰਨ श्री गुरु ग्रंथ साहिब जी महाराज जी ਦੀ ਪਾਵਨ ਪਵਿੱਤਰ ਹਾਜ਼ਰਾ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਸੁੰਦਰ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਰਹੀ
ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਆਪਣੇ ਚਰਨ ਕਮਲਾਂ ਸੰਗ ਜੁੜ ਮਿਲ ਬੈਠ ਕੇ ਗੁਰਬਾਣੀ ਪੜ੍ਹਨ ਸੁਣਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਮਹਾਰਾਜ ਜੀ ਦਾ ਬਚਨ ਹੈ, ਕਬੀਰ ਨਾ ਹਮ ਕੀਆ ਨਾ ਕਰਹਿੰਗੇ, ਨਾ ਕਰ ਸਕੈ ਸਰੀਰ। ਗੁਰੂ ਚਰਨਾਂ ਵਿੱਚ ਆਉਣਾ, ਗੁਰੂ ਕੇ ਸ਼ਬਦ ਨੂੰ ਕਮਾਉਣਾ, ਗੁਰੂ ਕੇ ਦਰ ਦੇ ਉੱਤੇ ਆਣ ਕੇ ਸੇਵਾ ਕਰਨੀ, ਤੇ ਉਹਦੇ ਬਾਅਦ ਦੇ ਵਿੱਚ ਗੁਰੂ ਕਾ ਸਿੱਖ ਕਹੇ ਨਾ ਹਮ ਕੀਆ, ਮਹਾਰਾਜ ਮੈਂ ਨਹੀਂ ਕੀਤਾ, ਨਾ ਕਰਹਿੰਗੇ ਨਾ ਮੈਂ ਕਰ ਸਕਦਾ, ਨਾ ਕਰ ਸਕੈ ਸਰੀਰ, ਨਾ ਇਹ ਪੰਜਾਂ ਤੱਤਾਂ ਦੇ ਸਰੀਰ ਦੇ ਵਿੱਚ ਇੰਨੀ ਤਾਕਤ ਹੀ ਹੈ ਕਿ ਕੁਝ ਕਰ ਸਕੇ। ਬਸ ਇਹ ਕਹਿਣਾ ਚਾਹੀਦਾ, ਜੋ ਕਿਛ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ। ਜੋ ਕੁਝ ਕਰਦਾ ਉਹ ਅਕਾਲ ਪੁਰਖ ਬ੍ਰਹਮ ਸਰੂਪ ਆਪ ਕਰ ਰਿਹਾ। ਤੇ ਇਉਂ ਜਦੋਂ ਗੁਰੂ ਕਾ ਸਿੱਖ ਗੁਰੂ ਦੇ ਉੱਤੇ ਪੂਰਨ ਭਾਵਨਾ ਔਰ ਸ਼ਰਧਾ ਰੱਖਦਾ, ਆਪਣੇ ਗੁਰੂ ਨੂੰ ਅੱਗੇ ਰੱਖ ਕੇ ਚੱਲਦਾ, ਆਪਣੇ ਆਪ ਨੂੰ ਪਿੱਛੇ ਰੱਖ ਕੇ ਚੱਲਦਾ, ਫਿਰ ਗੁਰੂ ਦੀ ਬਖਸ਼ਿਸ਼ ਦੀ ਪ੍ਰਾਪਤੀ ਹੋਇਆ ਕਰਦੀ ਹੈ। ਅੱਜ ਦੇ ਪਾਵਨ ਸ਼੍ਰੀ ਮੁਖ ਵਾਕ ਦੇ ਅੰਦਰ ਵੀ ਸਾਹਿਬ ਜੀ ਨੇ ਇਹੀ ਸਮਝਾਉਣਾ ਕੀਤਾ ਹੈ, ਇਹੀ ਮੋਹਰ ਲਗਾਉਣੀ ਕੀਤੀ ਹੈ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਆਪਾ ਭਾਵ ਮਿਟਣ ਦੇ ਪਰਥਾਏ ਸਾਹਿਬ ਜੀ ਨੇ ਜੋ ਬਚਨ ਕੀਤੇ ਹਨ, ਗੁਰੂ ਕੇ ਸਿੱਖ ਨੂੰ ਸਾਹਿਬ ਜੀ ਨੇ ਮਨ ਨੂੰ ਸਮਝਾਉਣਾ ਕੀਤਾ ਕਿ ਇਹ ਮਨ ਤੂੰ ਗੁਰੂ ਦੇ ਭਾਣੇ ਅੰਦਰ ਰਹਿ ਕੇ ਚੱਲ, ਮਨ ਮੇਰੇ ਗੁਰ ਕੈ ਭਾਣੇ ਚੱਲ, ਨਿਜ ਘਰ ਵਸੈ ਅੰਮ੍ਰਿਤ ਪੀਵੈ, ਤਾਂ ਸੁਖ ਲਹੈ ਮਹੱਲ। ਆਪਣੇ ਨਿਜ ਘਰ ਦੀ ਤੈਨੂੰ ਪ੍ਰਾਪਤੀ ਜਿੱਥੇ ਹੋਣੀ ਹੋਵੇਗੀ। ਸਾਹਿਬ ਜੀ ਕਹਿੰਦੇ ਭਾਈ ਹੁਣ ਗੁਰੂ ਕੇ ਹੁਕਮ ਦੇ ਵਿੱਚ, ਗੁਰੂ ਕੇ ਭਾਣੇ ਵਿੱਚ ਚੱਲ ਕੇ ਦੇਖ। ਤੇ ਆਓ ਜੋ ਅੱਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸਮਝਾਉਣਾ ਕੀਤਾ, ਸਾਹਿਬ ਜੀ ਨੇ ਪਾਵਨ ਸ਼ਬਦ ਦੀ ਦਾਤ ਝੋਲੀ ਅੰਦਰ ਪਾਉਣੀ ਕੀਤੀ। ਆਓ ਸਾਰੇ ਗੁਰੂ ਚਰਨਾਂ ਵਿੱਚ ਹੱਥ ਜੋੜ ਕਰਕੇ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰੀਏ, ਮਹਾਰਾਜ ਕਹਾਂ ਤੁਸ਼ ਪ੍ਰਬੁੱਧ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਆਓ ਗੁਰੂ ਚਰਨਾਂ ਵਿੱਚ ਰਲ ਮਿਲ ਕੇ ਆਪਾਂ ਗੁਰ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਹਾਜ਼ਰੀ ਲਗਵਾਈਏ, ਸਭ ਪਿਆਰ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਸਭ ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ੍ਰੀ ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੋ ਜਾਨੀ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਰਾਗ ਧਨਾਸਰੀ ਅੰਦਰ ਸਤਿਗੁਰਾਂ ਦੇ ਪਾਵਨ ਮੁਖ ਅੰਗ 671 ਔਰ 672 ਅੰਗ ਦੇ ਉੱਪਰ ਇਸ ਪਾਵਨ ਸ਼ਬਦ ਨੂੰ ਸਾਹਿਬ ਜੀ ਨੇ ਸੁਭਾਇਮਾਨ ਕੀਤਾ ਹੈ। ਤੇ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ, ਜਿਸ ਕਾ ਦੀਆ ਪਹਿਨੈ ਖਾਏ, ਤਿਸ ਸਿਉ ਆਲਸ ਕਿਉ ਬਨੈ ਮਾਏ। ਜਿਹਦਾ ਦਿੱਤਾ ਤੂੰ ਖਾਂਦਾ ਹੈ ਪਹਿਨਦਾ ਹੈ, ਐ ਭਾਈ ਫਿਰ ਉਹਦੇ ਨਾਮ ਦੇ ਉੱਤੇ ਆਣ ਕੇ ਤੂੰ ਆਲਸ ਕਿਉਂ ਢਾਲਦਾ।
ਤੇ ਸਾਹਿਬ ਜੀ ਸਮਝਾਉਣਾ ਕਰਦੇ ਨੇ, ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਤੇਰਾ ਕੁਝ ਵੀ ਨਹੀਂ ਹੈ। ਸਾਹਿਬ ਜੀ ਕਹਿੰਦੇ ਭਾਈ ਜਿਹੜਾ ਆ ਤਨ ਜਿਸ ਅਕਾਲ ਪੁਰਖ ਨੇ ਤੈਨੂੰ ਬਖਸ਼ਿਸ਼ ਕੀਤਾ ਹੈ, ਸਥੂਲ ਸਰੀਰ ਹੈ ਪੰਜਾਂ ਤੱਤਾਂ ਦਾ, ਇਹਦੇ ਅੰਦਰ ਸੂਖਸ਼ਮ ਜਿਹੜਾ ਮਨ ਰਹਿਣਾ ਕਰਦਾ ਹੈ, ਮਨ ਦਿੱਤਾ ਹੈ। ਸਥੂਲ ਜਿਹੜਾ ਹੈ ਉਹ ਸਰੀਰ ਪੰਜਾਂ ਤੱਤਾਂ ਦਾ, ਇਹਦੇ ਅੰਦਰ ਰਹਿਣ ਵਾਲਾ ਜਿਹੜਾ ਸੂਖਮ ਹੈ ਮਨ ਤੈਨੂੰ ਦੇਣਾ ਕੀਤਾ ਹੈ। ਤੇ ਸਾਹਿਬ ਜੀ ਕਹਿੰਦੇ ਹਨ ਜਿਹੜਾ ਆ ਧਨ ਤੂੰ ਸੰਸਾਰ ਵਿੱਚ ਰਹਿ ਕਰਕੇ ਵਰਤ ਰਿਹਾ ਹੈ, ਇਹ ਸਭ ਉਸ ਕਰਤੇ ਪੁਰਖ ਦਾ ਤਿਸ ਕਾ। ਸੋਈ ਸੁਗੜ ਸੁਜਾਨੀ, ਮਹਾਰਾਜ ਕਹਿੰਦੇ ਹਨ ਉਹੀ ਸੁਗੜ ਹੈ, ਸ੍ਰੇਸ਼ਟ ਹੈ, ਘਾੜਤਾਂ ਘੜਨ ਵਾਲਾ ਹੈ। ਤੇ ਸੁਜਾਨੀ ਤੋਂ ਭਾਵ ਅੰਤਰਜਾਮੀ, ਤੇਰੇ ਦਿਲਾਂ ਦੀਆਂ ਜਾਣਨ ਵਾਲਾ, ਸਾਰੇ ਬ੍ਰਹਿਮੰਡ ਨੂੰ ਬਣਾ ਕਰਕੇ ਉਹਨੂੰ ਚਲਾਉਣ ਵਾਲਾ ਉਹ ਅੰਤਰਜਾਮੀ ਆਪ ਹੈ। ਤੇ ਤੂੰ ਕਿਹੜੀ ਵਿਚਾਰ ਵਿੱਚ ਤੁਰਿਆ ਫਿਰਦਾ? ਤੂੰ ਬਸ ਇਉਂ ਕਹਿ ਸਾਹਿਬ ਜੀ ਜੋ ਸਭ ਕੁਝ ਹੈ ਆ ਜਿਹਦਾ ਤਨ ਹੈ, ਜਿਹਦਾ ਮਨ ਹੈ, ਸਾਹਿਬ ਜੀ ਧਨ ਵੀ ਉਸੇ ਦਾ ਹੀ ਹੈ। ਤੇ ਸਾਹਿਬ ਜੀ ਆਪ ਜੀ ਉਹ ਸੁਗੜ ਹੋ, ਸ੍ਰੇਸ਼ਟ ਹੋ, ਘਾੜ ਤਾਂ ਸੋਹਣੀਆਂ ਸੋਹਣੀਆਂ ਘੜਨ ਵਾਲੇ ਹੋ, ਤੇ ਸੁਜਾਨੀ ਅੰਤਰਜਾਮੀ ਹੋ। ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤੋ ਵਿਦ ਨੀਕੀ ਖਟਾਨੀ। ਐਸੇ ਹੀ ਅਕਾਲ ਪੁਰਖ ਨੇ ਜਿਹੜਾ ਸਭਨਾ ਤਰ੍ਹਾਂ ਦਾ ਮਾਲਕ ਆਪ ਹੈ, ਉਹਦੇ ਅੱਗੇ ਜਾ ਕੇ ਮੈਂ ਬੇਨਤੀ ਕਰਨੀ ਕੀਤੀ ਹੈ ਤੇ ਉਸ ਨੇ ਮੇਰਾ ਜਿਹੜਾ ਦੁੱਖ ਹੈ ਉਹਨੂੰ ਸੁਣਨਾ ਕੀਤਾ। ਦੁੱਖ ਨੂੰ ਸੁਣ ਕਰਕੇ ਸੁੱਖ ਮੈਨੂੰ ਦੇਣਾ ਕੀਤਾ। ਤੌਬਿਦ ਨੀਕੀ ਖਟਾਨੀ, ਤੇ ਜਿਹੜੀ ਆ ਮੱਤ ਦਿੱਤੀ ਹੈ ਸ੍ਰੇਸ਼ਟ ਬੁੱਧੀ ਦੇ ਕਰਕੇ। ਸਾਹਿਬ ਜੀ ਆਖਦੇ ਨੇ ਕਿ ਭਾਈ ਫਿਰ ਉਸ ਕਰਤੇ ਪੁਰਖ ਦੇ ਨਾਲ ਜਿਹੜੀ ਨੇੜਤਾ ਮੇਰੀ ਹੈ ਬਣ ਆਈ ਹੈ। ਪਰਮੇਸ਼ਰ ਦੇ ਨਾਲ ਨੇੜਤਾ ਬਣਾਉਣ ਦੀ ਜਿਹੜੀ ਵਿਧੀ ਹੈ, ਉਹਦੇ ਤੱਕ ਪਹੁੰਚਣ ਦੀ ਵਿਧ ਹੈ। ਸਤਿਗੁਰੂ ਜੀ ਆਪ ਜੀ ਨੇ ਮੇਰਾ ਦੁੱਖ ਸੁੱਖ ਸੁਣ ਕਰਕੇ ਮੈਨੂੰ ਪਤਾ ਲੱਗ ਗਿਆ ਹੈ ਕਿ ਸੰਸਾਰ ਦੇ ਵਿੱਚ ਜੋ ਕੁਝ ਵੀ ਵਰਤ ਰਿਹਾ, ਜੋ ਕੁਝ ਵੀ ਹੈ, ਸਭ ਕੁਝ ਤੇਰਾ ਹੈ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਮੇਰਾ ਤਾਂ ਸਾਹਿਬ ਜੀ ਕੁਝ ਰਹਿ ਹੀ ਨਹੀਂ ਗਿਆ, ਸਭ ਕੁਝ ਤੇਰਾ ਹੈ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੀ। ਜਦੋਂ ਤੇਰਾ ਹੀ ਮਹਾਰਾਜ ਕਹਿ ਦਿੱਤਾ ਸਭ ਕੁਝ ਤੂੰ ਹੈ, ਕਿਆ ਲਾਗੈ ਮੇਰਾ, ਤੇ ਮੇਰਾ ਤਾਂ ਪਿੱਛੇ ਕੁਝ ਰਹਿ ਹੀ ਨਹੀਂ ਗਿਆ। ਤੇ ਸਾਹਿਬ ਜੀ ਜਦੋਂ ਆਪ ਜੀ ਨੇ ਮੇਰੇ ਦੁੱਖ ਨੂੰ ਸੁਣਨਾ ਕੀਤਾ, ਸੁੱਖ ਤੁਸੀਂ ਦੇਣਾ ਕੀਤਾ ਹੈ, ਤੇ ਸਾਹਿਬ ਜੀ ਫਿਰ ਜਿਹੜੀ ਆਪ ਜੀ ਦੇ ਨਾਲ ਨੇੜਤਾ ਬਣਨ ਦੀ ਵਿਧੀ ਹੈ ਉਹ ਸਹਿਜੇ ਹੀ ਮੈਨੂੰ ਪ੍ਰਾਪਤ ਹੋ ਚੁੱਕੀ ਹੈ। ਮਨ ਦੇ ਵਿੱਚ ਪੂਰਨ ਤੌਰ ਤੇ ਭਰੋਸਾ, ਦ੍ਰਿੜ ਵਿਸ਼ਵਾਸ ਬਣ ਚੁੱਕਿਆ ਹੈ। ਜੀ ਕੀ ਏਕੈ ਹੀ ਪਹਿਮਾਨੀ। ਤੇ ਜਿਹੜਾ ਆ ਜੀ ਹੈ, ਇਸ ਜੀਵ ਦੀ ਜੇਕਰ ਸੁਣੀ ਜਾਣੀ ਹੈ, ਮੰਨੀ ਜਾਣੀ ਹੈ, ਤਾਂ ਕੇਵਲ ਉਹ ਅਕਾਲ ਪੁਰਖ ਪਰਮਾਤਮਾ ਇੱਕ ਹੀ ਸੁਣ ਰਿਹਾ, ਇੱਕ ਹੀ ਮੰਨੇਗਾ। ਭਾਵੇਂ ਹੋਰਾਂ ਦਰਾਂ ਦੇ ਉੱਤੇ ਕਿੱਥੇ ਤੱਕ ਮਰਜ਼ੀ ਚਲਿਆ ਜਾ, ਪਰ ਜਿੰਨਾ ਚਿਰ ਉਸ ਕਰਤੇ ਪੁਰਖ ਦੇ ਅੱਗੇ ਨਹੀਂ ਢਹਿਣਾ ਕਰਦਾ, ਉਹਨਾਂ ਸਮਾਂ ਤੇਰੀਆਂ ਮੁਸ਼ਕਲਾਂ ਦਾ ਹੱਲ ਨਹੀਂ ਹੋ ਸਕਦਾ। ਕੋਈ ਤੇਰਾ ਇੱਕ ਦੁੱਖ ਕੱਟ ਦੇਵੇਗਾ, ਤੈਨੂੰ ਇੱਕ ਸੁੱਖ ਦੇ ਦੇਵੇਗਾ, ਪਰ ਜੇਕਰ ਮੰਨੀ ਜਾਣੀ ਹੈ ਤਾਂ ਉਹ ਜੇ ਅਕਾਲ ਪੁਰਖ ਵੱਲੋਂ ਜੇ ਉਹ ਆਪ ਕਿਰਪਾ ਕਰੇ ਤਾਂ ਸਭ ਕੁਝ ਤੇਰਾ ਜਿਹੜਾ ਭਾਈ ਬਣ ਸਕਦਾ। ਨਹੀਂ, ਕੁਝ ਵੀ ਤੇਰੇ ਹੱਥ ਦੇ ਵਿੱਚ ਨਹੀਂ, ਕਿਸੇ ਹੋਰ ਦੇ ਹੱਥ ਵਿੱਚ ਵੀ ਨਹੀਂ ਹੈ। ਚੌਬੋਲਿਆਂ ਦੀ ਬਾਣੀ ਵਿੱਚ ਸਾਹਿਬ ਜੀ ਦਾ ਵਚਨ ਹੈ, ਬੈਦਾ ਸੰਦਾ ਸੰਗ ਇਕੱਠਾ ਹੋਇਆ, ਕਿ ਸਾਰੇ ਵੈਦ ਆਪਣੇ ਸੰਦਾਂ ਸਮੇਤ, ਆਪਣੇ ਔਜ਼ਾਰਾਂ ਸਮੇਤ ਇਕੱਠੇ ਹੋ ਜਾਣ। ਵਾਇਦਾ ਸੱਦਾ ਸੰਗ ਇਕੱਠਾ ਹੋਇਆ। ਕੋਈ ਮਰੀਜ਼ ਹੋਵੇ, ਆਪਾਂ ਦੇਖਦੇ ਹਾਂ ਆਪਰੇਸ਼ਨ ਥੀਏਟਰ ਹੋਵੇ ਡਾਕਟਰਾਂ ਦੇ ਕੋਲੇ, ਸਾਰੇ ਔਜ਼ਾਰ ਹੋਣ, ਸਾਰੇ ਮਸ਼ੀਨਾਂ ਹੋਣ, ਸਾਰੇ ਤਰ੍ਹਾਂ ਦਾ ਪ੍ਰਬੰਧ ਉਹਨਾਂ ਦੇ ਕੋਲੇ ਹੋਵੇ। ਸਾਹਿਬ ਜੀ ਕਹਿੰਦੇ ਔਖਦ ਆਏ ਰਾਸ, ਸਭ ਕੁਝ ਹੋਣ ਦੇ ਬਾਵਜੂਦ
ਦਵਾਈ ਉਹਨਾਂ ਚਿਰ ਅਸਰ ਨਹੀਂ ਕਰਦੀ, ਵਿੱਚ ਆਪ ਖਲੋਇਆ ਜਿੰਨਾ ਚਿਰ ਉਹ ਆਪ ਅਕਾਲ ਪੁਰਖ ਪਰਮਾਤਮਾ ਉਹਦੇ ਵਿੱਚ ਆਣ ਕੇ ਨਾ ਢੁਕ ਜਾਵੇ, ਨਾ ਖੜ ਜਾਵੇ, ਉਹਨਾਂ ਚਿਰ ਉਹ ਔਜ਼ਾਰ, ਉਹ ਸਾਰੀਆਂ ਮਸ਼ੀਨਾਂ ਕਿਸੇ ਕੰਮ ਨਹੀਂ ਆਉਂਦੀਆਂ, ਉਹ ਦਵਾਈਆਂ ਕਿਸੇ ਕੰਮ ਨਹੀਂ ਆਉਂਦੀਆਂ। ਭਗਤ ਕਬੀਰ ਸਾਹਿਬ ਜੀ ਦਾ ਵਚਨ ਹੈ, ਕਬੀਰ ਵੈਦ ਕਹੈ ਹੋਹੀ ਭਲਾ। ਕਹਿੰਦੇ ਵੈਦ ਜੇਕਰ ਕਹੇ ਨਾ ਆਪਣੇ ਆਪ ਨੂੰ ਡਾਕਟਰ ਕਹਿਣ ਅਸੀਂ ਚੰਗੇ ਆ, ਅਸੀਂ ਜੀਵਾਂ ਨੂੰ ਜੀਵਨ ਦਾਨ ਦਿੰਦੇ ਆ, ਮਹਾਰਾਜ ਕਹਿੰਦੇ ਕਦੇ ਚਿੱਤ ਵੀ ਇਹ ਗੱਲ ਸੱਚੀ ਨਹੀਂ ਹੈ। ਕਬੀਰ ਵੈਦ ਕਹੈ ਹੋਹੀ ਭਲਾ, दारू ਮੇਰਾ ਵਸ, ਆ दारू ਹੈ, ਜਿਹੜੀਆਂ ਦਵਾਈਆਂ ਨੇ ਔਸ਼ਧੀਆਂ ਨੇ ਮੇਰੇ ਵਸ ਵਿੱਚ ਨੇ, ਮੈਂ ਬਣਾਈਆਂ ਨੇ, ਤੇ ਮੈਂ ਇਹਨੂੰ ਕਿਸੇ ਜੀਵ ਨੂੰ ਦੇ ਦਿਆਂ ਤਾਂ ਜਿਹੜਾ ਭਾਈ ਉਹ ਠੀਕ ਹੋ ਜਾਵੇਗਾ। ਨਹੀਂ, ਭਗਤ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਇਹ ਤਾਂ ਵਸਤ ਗੋਪਾਲ ਕੀ, ਕਹਿੰਦੇ ਇਹ ਤਾਂ ਜਿਹੜੀ ਵਸਤੂ ਇਹਦੇ ਅੰਦਰ ਅਕਾਲ ਪੁਰਖ ਨੇ ਰੱਖਣਾ ਕੀਤੀ ਹੈ ਨਾ, ਇਹ ਤਾਂ ਵਸਤੂ ਉਸ ਕਰਤੇ ਪੁਰਖ ਦੀ ਹੈ। ਜਬ ਭਾਵੈ ਲੈ ਖਸ, ਜਦੋਂ ਉਹਨੂੰ ਚੰਗੀ ਲੱਗੇ ਦੇ ਦਿੰਦਾ, ਤੇ ਜਦੋਂ ਉਹ ਬਸ ਕਿਰਪਾ ਕਰ ਦੇਵੇ, ਜਦੋਂ ਉਹਦਾ ਚਿੱਤ ਮੰਨੇ ਤਾਂ ਖਸ ਲੈਂਦਾ, ਖੋਹ ਵੀ ਲੈਣ ਕਰਦਾ। ਇਹ ਵੈਦਾਂ ਦੇ ਹੱਥ ਦੇ ਵਿੱਚ, ਡਾਕਟਰਾਂ ਦੇ ਹੱਥ ਦੇ ਵਿੱਚ, ਮਾਇਆ ਧਾਰੀਆਂ ਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਹੈ। ਜੇਕਰ ਉਹਨਾਂ ਦੇ ਹੱਥ ਦੇ ਵਿੱਚ ਹੋਇਆ ਕਰਦਾ ਤਾਂ ਕਦੇ ਵੀ ਅਮੀਰ, ਕਦੇ ਵੀ ਮਾਇਆ ਧਾਰੀ ਬੰਦੇ ਸੰਸਾਰ ਤੋਂ ਉੱਤੋਂ ਨਾ ਜਾਂਦੇ, ਕਦੇ ਨਾ ਮਰਦੇ। ਬਸ ਰਿਸ਼ਵਤ ਦੇ ਕੇ, ਵੱਡੀ ਦੇ ਕੇ, ਮਾਇਆ ਦੇ ਕੇ ਸਵਾਸਾਂ ਨੂੰ ਖਰੀਦ ਲਿਆ ਕਰਦੇ, ਤੰਦਰੁਸਤੀ ਨੂੰ ਖਰੀਦ ਲਿਆ ਕਰਦੇ। ਨਹੀਂ, ਸਾਹਿਬ ਜੀ ਕਹਿੰਦੇ ਜੇਕਰ ਮੰਨੀ ਜਾਣੀ ਹੈ ਤਾਂ ਕੇਵਲ ਉਸ ਅਕਾਲ ਪੁਰਖ ਪਰਮਾਤਮਾ ਦੇ ਦਰ ਦੇ ਉੱਤੇ ਜਾ ਕੇ ਮੰਨੀ ਜਾਣੀ ਹੈ। ਜੇ ਉਹ ਕਿਰਪਾ ਕਰ ਦੇਵੇ ਤਾਂ ਸਾਹਿਬ ਜੀ ਆਖਦਨ ਕਿ ਭਾਈ ਜੀਵ ਦੀ ਕੋਈ ਵੀ ਬੇਨਤੀ ਹੈ, ਕੋਈ ਵੀ ਕਿਸੇ ਪ੍ਰਕਾਰ ਦੀ ਵੇਦਨਾ ਹੈ, ਉਹ ਅਕਾਲ ਪੁਰਖ ਦੇ ਦਰ ਦੇ ਉੱਤੇ ਮੰਨੀ ਜਾਂਦੀ ਹੈ। ਅਵਰ ਜਤਨ ਕਰ ਰਹੇ ਬੋ ਤੇਰੇ, ਤਿਨ ਤਿਲ ਨਹੀਂ ਕੀਮਤ ਜਾਨੀ। ਹੋਰ ਭਾਵੇਂ ਕਿੰਨੇ ਮਰਜੀ ਯਤਨ ਕਰ, ਅਵਰ ਯਤਨ ਕਰ ਰਹੇ ਬਹੁ ਤੇਰੇ, ਰੱਬ ਨੂੰ ਪਾਉਣ ਦੇ ਵਾਸਤੇ ਵੀ, ਆਪਣੇ ਆਪ ਨੂੰ ਜਿਹੜਾ ਵੱਡਾ ਜਨਾਉਣ ਦੀ ਖਾਤਰ ਵੀ ਅਨੇਕਾਂ ਤਰ੍ਹਾਂ ਦੇ ਕਈਆਂ ਨੇ ਯਤਨ ਕੀਤੇ। ਅਵਰ ਯਤਨ ਕਰ ਰਹੇ ਬਹੁ ਤੇਰੇ, ਸਾਹਿਬ ਜੀ ਕਹਿੰਦੇ ਤਿੰਨ ਤਿਲ ਨਹੀਂ ਕੀਮਤ ਜਾਨੀ, ਉਹਨਾਂ ਨੇ ਤਿਲ ਜਿੰਨੀ ਵੀ ਉਸ ਕਰਤੇ ਪੁਰਖ ਦੀ ਕੀਮਤ ਨੂੰ ਨਹੀਂ ਜਾਣਨਾ ਕੀਤਾ। ਉਹ ਬੇਅੰਤ ਹੈ, ਸਾਰੇ ਪੜਦਿਆਂ ਬੇਸ਼ੁਮਾਰ, ਅਥਾਹ ਅਗਣਤ ਅਤੁੱਲ ਹੈ, ਉਹਦਾ ਕੋਈ ਅੰਤ ਨਹੀਂ ਹੈ, ਬੇਸ਼ੁਮਾਰ ਹੈ, ਬੇਅੰਤ ਹੈ, ਅਥਾਹ ਹੈ, ਜਿਹਦਾ ਕੋਈ ਥੋ ਪਤਾ ਹੀ ਨਹੀਂ ਹੈ, ਅਤੁੱਲ ਹੈ, ਤੋਲ ਤੋਂ ਪਰੇ ਹੈ। ਤੇ ਬਸ ਜੀਵ ਨੂੰ ਕਹਿਣਾ ਚਾਹੀਦਾ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਸਾਹਿਬ ਜੀ ਜਿਵੇਂ ਆਪ ਜੀ ਬੁਲਾਉਂਦੇ ਹੋ ਤੇ ਮੈਂ ਉਸੇ ਤਰ੍ਹਾਂ ਬੋਲ ਰਿਹਾ। ਹੁਣ ਮਹਾਰਾਜ ਸਾਹਿਬ ਜੀ ਜੇ ਮੈਂ ਕੀਮਤ ਪਾਉਣ ਦੇ ਪਰਥਾਏ ਤੁਰਾਂ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਦਸਮ ਗ੍ਰੰਥ ਦੀ ਬਾਣੀ ਅੰਦਰ ਸਾਹਿਬ ਜੀ ਨੇ ਆਖ ਦਿੱਤਾ, ਸਾਰੇ ਦੇਵੀ ਦੇਵਤਿਆਂ ਦਾ ਨਾਮ ਲੈ ਕਰਕੇ ਸਾਹਿਬ ਜੀ ਨੇ ਆਖਿਆ ਤੇਥੋਂ ਹੀ ਬਾਲ ਰਾਮ ਲੈ, ਨਾਲ ਬਾਣਾ ਦੇ ਸਰਕਾਇਆ। ਕਹਿੰਦੇ ਸਤਿਗੁਰੂ ਜੀ ਜੇਕਰ ਤੇਥੋਂ ਬਲ ਲੈਤਾ, ਤੇਥੋਂ ਜਿਹੜੀ ਤਾਕਤ ਲੈ ਕਰਕੇ ਭਗਵਾਨ ਰਾਮ ਜੀ ਵਰਗਿਆਂ ਨੇ ਬਾਣਾ ਦੇ ਨਾਲ ਦਸ਼ਰਥ ਦਾ ਉਸ ਰਾਵਣ ਦਾ ਅੰਤ ਕਰ ਦਿੱਤਾ। ਤੇਥੋਂ ਹੀ ਬਾਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਉਠਾਇਆ, ਤੇਥੋਂ ਬਲ ਲੈ ਕਰਕੇ, ਤੇਥੋਂ ਤਾਕਤ ਲੈ ਕਰਕੇ ਭਗਵਾਨ ਕ੍ਰਿਸ਼ਨ ਜੀ ਵਰਗਿਆਂ ਨੇ, ਅਵਤਾਰੀ ਪੁਰਸ਼ਾਂ ਨੇ ਉਹ ਜਿਹੜਾ ਦੁਸ਼ਟ ਸੀ, ਸਾਹਿਬ ਜੀ ਆਖਦੇ ਨੇ ਕਿ ਭਾਈ ਉਹਨੂੰ ਜਿਹੜਾ ਹੈ ਕਿ ਕੰਸ ਨੂੰ ਕੇਸਾਂ ਤੋਂ ਪਕੜ ਕੇ ਘਸੀਟ ਲਿਆ। ਅਖੀਰ ਤੇ ਸਾਹਿਬ ਜੀ ਨੇ ਆਖ ਦਿੱਤਾ ਕਿ ਨਹੀਂ ਤੇਰਾ ਅੰਤ ਨਾ ਪਾਇਆ। ਤੇਰਾ ਅੰਤ ਪਾਉਣ ਵਾਸਤੇ ਅਨੇਕਾਂ ਨੇ ਯਤਨ ਕੀਤੇ ਪਰ ਕਿਸੇ ਨੇ ਤੇਰਾ ਅੰਤ ਨਹੀਂ ਪਾਇਆ। ਪ੍ਰਥਮੇ ਖੰਡਾ ਸਾਜ ਕੈ ਜਨ ਸਭ ਸੰਸਾਰ ਉਪਾਇਆ। ਪਰ ਸਾਹਿਬ ਜੀ ਸਾਰੇ ਸੰਸਾਰ ਨੂੰ ਬਣਾਉਣ ਵਾਲੇ, ਸਾਰਿਆਂ ਦੀ ਉਤਪਤੀ ਕਰਨ ਵਾਲੇ ਪ੍ਰਥਮ ਦੇ ਵਿੱਚ ਸਾਹਿਬ ਜੀ ਆਖਦੇ ਨੇ ਖੰਡਾ ਸਾਜ ਕੈ ਤੈਂ ਸਭ ਸੰਸਾਰ ਉਪਾਇਆ। ਆਪ ਜੀ ਨੇ ਸਾਰੇ ਸੰਸਾਰ ਦੀ ਉਤਪਤੀ ਕਰਨੀ ਕੀਤੀ ਹੈ। ਤੇ ਹੁਣ ਸਾਹਿਬ ਜੀ ਆਖਦੇ ਹਨ ਪਾਤਸ਼ਾਹ ਜੀ ਅਵਰ ਯਤਨ ਕਰ ਰਹੇ ਬਹੁ ਤੇਰੇ। ਕਈਆਂ ਨੇ ਬਾਦਸ਼ਾਹ ਜੀ ਬੜੇ ਅਨੇਕਾਂ ਤਰ੍ਹਾਂ ਦੇ ਯਤਨ ਕਰਨਾ ਕੀਤੇ, ਅਨੇਕਾਂ ਤਰ੍ਹਾਂ ਦੇ ਕਰਮ ਕਰਨੇ ਕੀਤੇ,
ਪਰ ਕਿਸੇ ਨੇ ਵੀ ਆਪ ਜੀ ਦੀ ਤਿਲ ਜੰਨੀ ਜਿਹੜੀ ਕੀਮਤ ਹੈ ਉਹ ਨਹੀਂ ਜਾਣਨਾ ਕੀਤੀ। ਥੋੜੀ ਜਿੰਨੀ ਵੀ ਜੋ ਆਪ ਜੀ ਦਾ ਜਿਹੜਾ ਅਮੁੱਕ ਖਜ਼ਾਨਾ ਹੈ, ਅਮੁੱਕ ਵਿਚਾਰ ਹੈ, ਉਹਦੇ ਪਰਥਾਏ ਨਹੀਂ ਪਤਾ ਲੱਗਿਆ। ਰਹਾਉ। ਵਿਸ਼ਰਾਮ ਦੇ ਕੇ ਸਾਹਿਬ ਜੀ ਅੱਗੇ ਸਮਝਾਉਂਦੇ ਹਨ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ। ਹੁਣ ਸਾਹਿਬ ਜੀ ਸਮਝਾਉਂਦੇ ਨੇ ਕਿ ਜੇ ਸੰਸਾਰ ਦੇ ਵਿੱਚ ਉਸ ਕਰਤੇ ਤੱਕ ਪਹੁੰਚਣਾ ਹੈ, ਉਹਦੀ ਕੀਮਤ ਨੂੰ ਪਾਉਣਾ ਹੈ, ਤਾਂ ਉਹਦੇ ਨਾਮ ਰੂਪੀ ਜਿਹੜਾ ਅੰਮ੍ਰਿਤ ਹੈ ਉਹਦੇ ਨਾਲ ਜੁੜਨਾ ਕਰ। ਤੇ ਜਿਹੜਾ ਅੰਮ੍ਰਿਤ ਰੂਪੀ ਨਾਮ ਹੈ ਨਿਰਮੋਲਕ ਹੈ, ਮੁੱਲ ਤੋਂ ਰਹਿਤ ਹੈ, ਹੀਰਾ ਹੈ, ਬੇਸ਼ਕੀਮਤੀ ਹੈ। ਗੁਰ ਦੀਨੋ ਮੰਤਾਨੀ, ਨਾਮ ਰੂਪੀ ਅੰਮ੍ਰਿਤ ਜਿਹੜਾ ਗੁਰੂ ਨੇ ਦੇਣਾ ਕੀਤਾ ਹੈ। ਸਾਹਿਬ ਜੀ ਆਖਦੇ ਨੇ ਕਿ ਭਾਈ ਇਹਨੂੰ ਆਪਣੇ ਹਿਰਦੇ ਦੇ ਵਿੱਚ ਵਸਾ। ਗੁਰ ਦੀਨੋ ਮੰਤਾਨੀ ਆ ਨਿਰਮੋਲਕ ਹੀਰਾ ਹੈ, ਜਿਹਦਾ ਮੁੱਲ ਨਹੀਂ ਪਾਇਆ ਜਾ ਸਕਦਾ, ਬੇਸ਼ਕੀਮਤੀ ਹੈ। ਉਹ ਨਾਮ ਰੂਪੀ ਅੰਮ੍ਰਿਤ ਜਿਹੜਾ ਸਤਿਗੁਰੂ ਨੇ ਉਹ ਮੰਤਰ ਜਿਹੜਾ ਨਾਮ ਦਾ ਦੇਣਾ ਕੀਤਾ ਹੈ। ਡਿਗੇ ਨਾ ਡੋਲੇ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਤੇ ਆ ਜਿਹੜਾ ਨਾਮ ਰੂਪੀ ਜਿਹੜਾ ਉਹ ਮੰਤਰ ਦਿੱਤਾ ਹੈ ਸਤਿਗੁਰੂ ਨੇ, ਨਾ ਮਰਨ ਵਾਲਾ ਕਦੇ ਵੀ, ਅੰਮ੍ਰਿਤ ਅੰਮ੍ਰਿਤ, ਮਰਨ ਤੋਂ ਰਹਿਤ ਹੈ ਜਿਹੜਾ। ਸਾਹਿਬ ਜੀ ਕਹਿੰਦੇ ਨਾ ਇਹ ਡਿੱਗਦਾ ਹੈ। ਕਿਤੇ ਆਮ ਦੁਨਿਆਵੀ ਤੌਰ ਤੇ ਆਪਾਂ ਧਨ ਲੈ ਕੇ ਜਾਈਏ, ਪੈਸੇ ਲੈ ਕੇ ਜਾਂਦੇ ਆ, ਰਸਤੇ ਵਿੱਚ ਜਾਂਦਿਆਂ ਆਪਾਂ ਤੋਂ ਕਈ ਵਾਰੀ ਪੈਸੇ ਨੇ ਉਹ ਡਿੱਗ ਪੈਂਦੇ ਨੇ। ਤੇ ਕਈ ਵਾਰੀ ਝੋਲੇ ਵਿੱਚ ਪਾ ਕੇ ਜਾਂ ਕਿਤੇ ਕਿਸੇ ਆਪਾਂ ਚੀਜ਼ ਦੇ ਵਿੱਚ ਪਾ ਕੇ ਮਾਇਆ ਆਦਿਕ ਲੈ ਕੇ ਜਾਂਦੇ ਆ, ਕਿਤੇ ਡਿੱਗ ਪੈਂਦੀ ਹੈ। ਜਾਂ ਕੋਈ ਚੀਜ਼ ਆਪਾਂ ਜਿਹਦੇ ਉੱਤੇ ਜਾਂਦੇ ਆ ਉਹ ਡੋਲ ਜਾਇਆ ਕਰਦੀ ਹੈ, ਜੀਵ ਡਿੱਗ ਪੈਂਦਾ। ਤੇ ਸਾਹਿਬ ਜੀ ਕਹਿੰਦੇ ਨਾ ਭਾਈ, ਜਿਹੜਾ ਨਾਮ ਰੂਪੀ ਧਨ ਹੈ ਡਿੱਗਾ ਨਾ ਡੋਲੇ, ਨਾ ਡਿੱਗਦਾ ਨਾ ਡੋਲਦਾ ਹੀ ਹੈ। ਦ੍ਰਿੜ ਕਰ ਰਹਿਓ। ਸਾਹਿਬ ਜੀ ਕਹਿੰਦੇ ਭਾਈ ਸਦਾ ਵਾਸਤੇ ਇਕਾਗਰ ਹੋ ਕਰਕੇ ਪੂਰਨ ਤੌਰ ਤੇ ਵਿਸ਼ਵਾਸ ਰੱਖਣਾ ਹੈ। ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਜਦੋਂ ਨਾਮ ਰੂਪੀ ਧਨ ਨੂੰ ਵਿਹਾਜੇਗਾ, ਉਹਦੇ ਨਾਲ ਜੁੜੇਗਾ, ਤੇਰੇ ਜਿਹੜੇ ਮਨ ਦੀ ਤ੍ਰਿਪਤਾਨੀ ਹੈ, ਮਨ ਦੀ ਜਿਹੜੀ ਤੇਰੀ ਅੰਦਰਲੀ ਜਿਹੜੀ ਭੁੱਖ ਹੈ, ਜਿਹੜੀ ਮਨ ਦੀ ਅੰਦਰਲੀ ਤੇਰੀ ਤ੍ਰਿਸ਼ਨਾ ਹੈ, ਉਹ ਜਿਹੜੀ ਤ੍ਰਿਪਤੀ ਜੇਕਰ ਆਵੇਗੀ ਉਹ ਨਾਮ ਨਾਲ ਜੁੜ ਕੇ ਆਵੇਗੀ। ਓਏ ਜੋ बीच हम तुम कश होते, तिनकी बात बेलानी। ਹੁਣ ਜਿਹੜਾ ਅਵਿਦਿਆ ਕਰਕੇ ਤੇਰੇ ਤੇ ਉਸ ਅਕਾਲ ਪੁਰਖ ਪਰਮਾਤਮਾ ਵਿੱਚ ਤੂੰ ਤੇ ਮੈਂ ਦਾ ਫਰਕ ਪਿਆ ਹੋਇਆ। ਸਾਹਿਬ ਜੀ ਦਾ ਵਚਨ ਹੈ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਿੱਥੇ ਤੂੰ ਤੇ ਮੈਂ ਦਾ ਫਰਕ ਆ ਗਿਆ ਤੇ ਉੱਥੇ ਅਕਾਲ ਪੁਰਖ ਪਰਮਾਤਮਾ ਕਦੇ ਵੀ ਨਹੀਂ ਆਇਆ ਕਰਦਾ। ਹੁਣ ਸਾਹਿਬ ਜੀ ਕਹਿੰਦੇ ਓਏ ਜੋ बीच ਹਮ ਤੁਮ ਕਸ਼ ਹੋਤੇ, ਜਿਹੜਾ ਤੇਰੇ ਤੇ ਉਸ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਤੈਂ ਤੇਰੇ ਤੇ ਮੇਰੇ ਦਾ ਫਰਕ ਹੈ। ਸਾਹਿਬ ਜੀ ਕਹਿੰਦੇ ਹਨ ਕਿ ਭਾਈ ਉਹ ਮਿਟ ਜਾਣਾ ਕਰੇਗਾ। ਤਿੰਨ ਕੀ ਬਾਤ ਬੇਲਾਨੀ, ਐਸੇ ਜਨਾਂ ਦੀ ਜਿਹੜੀ ਬਾਤ ਹੈ ਉਹ ਬੇਲਾਨੀ ਹੈ। ਭਾਵ ਸਾਹਿਬ ਜੀ ਆਖਦੇ ਨੇ ਕਿ ਭਾਈ ਅਲਪਗਤਾ ਦੀ, ਈਸ਼ਰ ਦੀ ਸਰਬਗਤਾ ਵਾਲੀ ਜਿਹੜੀ ਗੱਲ ਬੀਤ ਚੁੱਕੀ ਹੈ, ਉਹ ਭਾਵ ਜਦੋਂ ਗੁਰੂ ਚਰਨਾਂ ਵਿੱਚ ਨਾਮ ਰੂਪੀ ਮੰਤਰ ਨੂੰ ਕਮਾਵੇਂਗਾ ਤਾਂ ਫਿਰ ਤੈਨੂੰ ਪਤਾ ਲੱਗ ਜਾਵੇਗਾ ਕਿ ਭਾਈ ਤੇਰੇ ਵਿੱਚ ਤੇ ਉਸ ਅਕਾਲ ਪੁਰਖ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ। ਫਿਰ ਆਖੇਗਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਨ। ਗੁਰੂ ਦੀ ਮੱਤ ਦੇ ਦੁਆਰਾ ਫਿਰ ਉਸ ਕਰਤੇ ਪੁਰਖ ਦੇ ਨਾਮ ਰੂਪੀ ਧਨ ਨੂੰ ਇਕੱਠਿਆਂ ਕਰਕੇ ਫਿਰ ਜਦੋਂ ਨਾਮ ਜਪੇਗਾ ਤੂੰ ਤੇ ਮੈਂ ਦਾ ਰੌਲਾ ਖਤਮ ਹੋ ਜਾਵੇਗਾ। ਸਾਹਿਬ ਜੀ ਆਖਦੇ ਨੇ ਤਿੰਨ ਕੀ ਬਾਤ ਬਿਲਾਨੀ। ਫਿਰ ਜਦੋਂ ਨਾਮ ਰੂਪੀ ਧਨ ਨੂੰ ਕਮਾਉਂਦੇ ਨੇ, ਉਹਦੇ ਨਾਲ ਜੁੜਨਾ ਕਰਦੇ ਨੇ, ਤੂੰ ਤੇ ਮੈਂ ਦਾ ਜਿਹੜਾ ਗੇੜ ਹੈ ਉਹ ਜਿਹੜਾ ਖਤਮ ਹੋ ਜਾਇਆ ਕਰਦਾ ਹੈ। अलंकार मिल थैली होई है, ताते कनक बखानी। ਜਿਸ ਪ੍ਰਸਾਦ ਅਲੰਕਾਰ ਹੈ, ਜਿਵੇਂ ਸੋਨੇ ਤੋਂ ਬੜੇ ਜ਼ਿਆਦੇ ਗਹਿਣੇ ਬਣਦੇ ਨੇ,
ਤੇ ਗਹਿਣਿਆਂ ਦੀਆਂ ਢੰਗ ਤੇ ਗਹਿਣਿਆਂ ਦੀਆਂ ਸ਼ਕਲਾਂ ਵੱਖਰੀਆਂ ਵੱਖਰੀਆਂ ਤਰ੍ਹਾਂ ਦੀਆਂ ਹੁੰਦੀਆਂ ਨੇ। ਕੋਈ ਨੱਕ 'ਚ ਪਾਉਣ ਵਾਸਤੇ ਗਹਿਣਾ ਹੈ, ਕੋਈ ਕੰਨਾਂ ਵਿੱਚ, ਕੋਈ ਗਲੇ ਵਿੱਚ ਪਾਉਣ ਵਾਸਤੇ, ਕੋਈ ਹੱਥਾਂ ਵਿੱਚ ਪਾਉਣ ਵਾਸਤੇ ਕੜੇ ਨੇ। ਅਨੇਕਾਂ ਤਰ੍ਹਾਂ ਦੇ ਅਲੰਕਾਰ ਬਣੇ ਹੁੰਦੇ ਨੇ ਗਹਿਣਿਆਂ ਦੇ। ਸਾਹਿਬ ਜੀ ਕਹਿੰਦੇ ਪਰ ਜਦੋਂ ਉਹ ਗਹਿਣੇ ਕੋਠਾਲੀ ਵਿੱਚ ਪੈਂਦੇ ਨੇ, ਉਹਨਾਂ ਨੂੰ ਥੱਲਿਓਂ ਸੇਕ ਲੱਗਦਾ ਤਾਂ ਸਾਰੇ ਗਹਿਣੇ ਨੇ ਉਹ ਢਲ ਕੇ ਜਿਹੜੇ ਇੱਕ ਬਣ ਜਾਂਦੇ ਨੇ। ਇੱਕ ਜਿਹੜੀ ਆ ਬੱਟੀ ਬਣ ਜਾਂਦੀ ਹੈ ਉਹ ਸੋਨੇ ਦੀ, ਤੇ ਉਹਨੂੰ ਹੁਣ ਸਾਹਿਬ ਜੀ ਆਖਦੇ ਨੇ ਕਿ ਭਾਈ ਅਨੇਕਾਂ ਤਰ੍ਹਾਂ ਦੇ ਅਲੰਕਾਰ ਹੁੰਦੇ ਨੇ, ਪਰ ਜਦੋਂ ਢਲ ਜਾਂਦੇ ਨੇ ਤੇ ਸਾਰੇ ਗਹਿਣਿਆਂ ਦਾ ਆਪੋ ਆਪਣਾ ਜਿਹੜਾ ਰੂਪ ਹੈ ਢਾਲ ਕੇ ਇੱਕ ਰੂਪ ਬਣ ਜਾਂਦਾ ਉਹਨਾਂ ਦਾ। ਬਸ ਸਾਹਿਬ ਜੀ ਕਹਿੰਦੇ ਅਲੰਕਾਰ ਮਿਲ ਥੈਲੀ ਹੋਈ ਹੈ। ਬਸ ਇਉਂ ਕਰਕੇ ਸੰਸਾਰ ਦੇ ਵਿੱਚ ਆ ਜਿਹੜਾ ਤੂੰ ਤੇ ਮੈਂ ਦਾ ਚੱਕਰ ਪੈਣ ਕਰਕੇ, ਤੂੰ ਤੇ ਮੈਂ ਦੀ ਜਿਹੜੀ ਅਵਿਗਿਆ ਹੈ, ਅਗਿਆਨਤਾ ਦੇ ਕਰਕੇ, ਇਉਂ ਕਰਕੇ ਸਾਰੇ ਸੰਸਾਰ ਦੇ ਵਿੱਚ ਫੈਲੀ ਹੋਈ ਹੈ। ਪਰ ਜਦੋਂ ਤੂੰ ਨਾਮ ਦੇ ਨਾਲ ਜੁੜੇਗਾ ਤਾਂ ਸਾਹਿਬ ਜੀ ਆਖਦੇ ਨੇ ਕਿ ਭਾਈ ਫਿਰ ਜਿਹੜੀ ਆ ਭੇਦਤਾ ਹੈ ਇਹ ਜਿਹੜੀ ਹੈ ਕਿ ਤੇਰੇ ਵਿੱਚੋਂ ਖਤਮ ਹੋ ਜਾਵੇਗੀ। ਜਿਹੜੇ ਦਵੈਸ਼ ਰੂਪੀ, ਜਿਹੜੇ ਤੇਰੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ 5 ਬੈਰੀ ਨੇ, ਨਾਮ ਨੂੰ ਜਪੇਗਾ ਤੇਰੇ ਵਿੱਚੋਂ ਨਿਕਲ ਜਾਣਗੇ। ਤੇ ਜਿਹੜਾ ਭਾਈ ਤੂੰ ਸੋਨਾ ਰੂਪ ਹੋ ਕਰਕੇ ਉਹ ਇੱਕ ਵੱਟੀ ਜਿਹੜੀ ਹੈ ਉਹ ਬਣ ਜਾਵੇਂਗਾ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਣੀ। ਤੇ ਫਿਰ ਜਿਹੜੀ ਹੈ ਉਹ ਪ੍ਰਗਟਿਓ ਜੋਤ, ਉਹ ਜਿਹੜੀ ਜੋਤ ਜਿਹੜੀ ਹੈ ਪ੍ਰਗਟ ਹੋ ਜਾਵੇਗੀ, ਸਹਿਜ ਆਪਣੇ ਆਪ ਤੇਰੇ ਅੰਦਰ ਆਉਣਾ ਹੋ ਜਾਵੇਗਾ। ਸੁਖ ਤੇ ਸੋਭਾ ਤੇਰੇ ਕੋਲੇ ਆਪਣੇ ਆਪ ਆ ਜਾਵੇਗੀ। ਤੇ ਜਿਹੜੇ ਉਹ ਅਨਹਤ ਬਾਣੀ ਦੇ ਬਾਜੇ ਨੇ ਉਹ ਆਪਣੇ ਆਪ ਅੰਦਰ ਵੱਜਣ ਲੱਗ ਜਾਣਗੇ। ਕਹੁ ਨਾਨਕ ਨਿਹਚਲ ਕਰ ਬਾਧਿਓ, ਗੁਰ ਕੀਓ ਬੰਦਾਨੀ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਦੀ ਸਮਾਪਤੀ ਕਰਦੇ ਹਾਂ, ਬਚਨ ਕਰਦੇ ਹਨ। ਐ ਭਾਈ ਜਿਹੜਾ ਉਹ ਅਚਲ ਰੂਪ ਸਰੂਪ ਹੈ ਉਹਦੇ ਨਾਲ ਹੁਣ ਜਿਹੜੀ ਤੇਰੀ ਬਣ ਆਉਣਾ ਕਰੇਗੀ। ਕਹੋ ਨਾਨਕ ਨਿਹਚਲ ਕਰ ਵਾਧਿਓ, ਜਿਹੜਾ ਭਾਈ ਉਹ ਨਿਹਚਲ ਘਰ ਹੈ ਜਿੱਥੇ ਜਾ ਕੇ ਤੈਂ ਵਸਣਾ ਹੈ, ਜਿਹੜਾ ਸਦਾ ਵਾਸਤੇ ਅਚਲ ਹੈ, ਨਾ ਚੱਲਣ ਵਾਲਾ ਹੈ। ਸਾਹਿਬ ਜੀ ਆਖਦੇ ਨੇ ਨਿਹਚਲ ਕਰ ਬਾਂਧਿਓ, ਗੁਰ ਕੀਓ ਬੰਧਾਨੀ। ਜਿਹੜੇ ਤੈਨੂੰ ਬੰਧਨ ਪਏ ਹੋਏ ਨੇ, ਫਿਰ ਜਿਹੜੇ ਉਹਨਾਂ ਬੰਧਨਾਂ ਤੋਂ ਤੇਰੀ ਮੁਕਤੀ ਹੋ ਜਾਵੇਗੀ। ਹੋਵੇਗੀ ਕਦੋਂ? ਜਦੋਂ ਤੂੰ ਨਾਮ ਦੇ ਨਾਲ ਜੁੜੇਗਾ। ਪਰ ਜੇਕਰ ਨਾਮ ਤੋਂ ਬਿਨਾਂ ਪਦਾਰਥਾਂ ਦੇ ਨਾਲ ਜੁੜ ਜਾਵੇਂਗਾ ਤਾਂ ਫਿਰ ਜਿਹੜਾ ਜਿਵੇਂ ਸਾਹਿਬ ਜੀ ਦਾ ਬਚਨ ਹੈ, ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਜੇ ਨਾਮ ਤੋਂ ਬਿਨਾਂ ਦੂਸਰੇ ਪਦਾਰਥਾਂ ਦੇ ਨਾਲ ਜੁੜੇਗਾ, ਦੂਸਰੇ ਪਦਾਰਥ ਮੰਗੇਗਾ ਤਾਂ ਦੁੱਖਾਂ ਵਿੱਚ ਫਸਦਾ ਜਾਵੇਂਗਾ। ਤੇ ਸਾਹਿਬ ਜੀ ਆਖਦੇ ਨੇ ਜੇ ਨਾਮ ਨੂੰ ਜਪ ਲਵੇਂਗਾ, ਨਾਮ ਮੰਗ ਲਵੇਂਗਾ ਤਾਂ ਮਨ ਦੇ ਵਿੱਚ ਸੰਤੋਖ ਆ ਜਾਵੇਗਾ, ਰੱਜ ਆ ਜਾਵੇਗਾ ਤੇ ਮਨ ਦੀ ਤ੍ਰਿਸ਼ਨਾ ਦੀ ਭੁੱਖ ਮਿਟ ਜਾਵੇਗੀ। ਆਓ ਸਾਰੇ ਆਪਾਂ ਵੀ ਗੁਰੂ ਚਰਨਾਂ ਵਿੱਚ ਉਹ ਨਾਮ ਰੂਪੀ ਧਨ ਮੰਗ ਕੇ ਸਾਰੇ ਆਪਾਂ ਵੀ ਸਮਾਪਤੀ ਕਰੀਏ। ਗੁਰੂ ਚਰਨਾਂ ਵਿੱਚ ਬੇਨਤੀ ਕਰੀਏ, ਸਾਹਿਬ ਜੀ ਸਾਨੂੰ ਵੀ ਨਾਮ ਧਨ ਦੀ ਆਪ ਜੀ ਬਖਸ਼ਿਸ਼ ਕਰ ਦਿਓ, ਤਾਂ ਜੋ ਇਹਦੇ ਨਾਲ ਜੁੜ ਕਰਕੇ ਸਾਡੇ ਵੀ ਮਨ ਦੀਆਂ ਜਿਹੜੀਆਂ ਸੱਚੇ ਪਾਤਸ਼ਾਹ ਜੀ ਤ੍ਰਿਸ਼ਨਾਵਾਂ ਨੇ, ਭੁੱਖਾਂ ਨੇ, ਉਹ ਮਿਟ ਜਾਣ ਤੇ ਨਿਹਚਲ ਘਰ ਦੇ ਨਾਲ ਸਾਡੀ ਵੀ ਬਣ ਆਵੇ। ਆਓ ਆ ਪੰਗਤੀਆਂ ਪੜ੍ਹ ਸੁਣ ਕੇ ਸਾਰੇ ਸਮਾਪਤੀ ਕਰੀਏ। ਬਿਨ ਤੁਧ ਹੋਰ ਜੇ ਮੰਗਣਾ, ਬਿਨ ਤੁਧ ਹੋਰ ਜੇ ਮੰਗਣਾ, ਬਿਨ ਤੁਧ ਬਿਨ ਤੁਧ ਹੋਰ ਜੇ ਮੰਗਣਾ, ਬਿਨ ਤੁਧ ਹੋਰ ਜੇ ਮੰਗਣਾ, ਬਿਨ ਤੁਧ ਹੋਰ ਜੇ। ਸਿਰ ਦੁੱਖਾਂ ਕੈ ਦੁੱਖ, ਸਿਰ ਦੁੱਖਾਂ ਕੈ ਦੁੱਖ, ਸਿਰ ਦੁੱਖਾਂ ਕੈ, ਸਿਰ ਦੁੱਖਾਂ ਕੈ। ਦੇਹ ਨਾਮ ਸੰਤੋਖੀਆ, ਦੇਹ ਨਾਮ ਸੰਤੋਖੀਆ, ਦੇਹ ਨਾਮ
ਉਤਰੈ ਮਨ ਕੀ ਭੁਖ, ਉਤਰੈ ਮਨ ਕੀ ਭੁਖ, ਉਤਰੈ ਮਨ ਕੀ ਭੁਖ, ਉਤਰੈ ਮਨ ਕੀ ਭੁਖ। ਦੇਹ ਨਾਮ ਸੰਤੋਖੀਆ, ਦੇਹ ਨਾਮ ਸੰਤੋਖੀਆ, ਦੇਹ ਨਾਮ ਸੰਤੋਖੀਆ, ਦੇਹ ਨਾਮ ਸੰਤੋਖੀਆ। ਸਤਿਗੁਰੂ ਜੀ ਨਾਮ ਰੂਪੀ ਸਾਨੂੰ ਸੰਤੋਖ ਦੇ ਦੇਣਾ ਕਰੋ, ਤਾਂ ਜੋ ਇਹ ਮਨ ਦੀ ਤ੍ਰਿਸ਼ਨਾ ਦੀ ਭੁੱਖ ਹੈ, ਵਿਕਾਰਾਂ ਦੀ ਜਿਹੜੀ ਇਹਨੂੰ ਅਗਨ ਲੱਗੀ ਹੋਈ ਹੈ, ਦੂਰ ਹੋ ਜਾਵੇ ਤੇ ਸਾਡੀ ਨਿਹਚਲ ਘਰ ਦੇ ਨਾਲ ਬਣ ਆਵੇ। ਤੇ ਸਾਹਿਬ ਜੀ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਤੇ ਜਦੋਂ ਜੀਵ ਨਾਮ ਦੇ ਨਾਲ ਜੁੜੇਗਾ, ਸ਼ਬਦ ਦੀ ਕਮਾਈ ਕਰੇਗਾ, ਤੇ ਸਾਹਿਬ ਜੀ ਆਖਦੇ ਨੇ ਕਬੀਰ ਜਿਹੜਾ ਨਿਜ ਘਰ ਹੈ ਉਹਨੂੰ ਜਿਹੜਾ ਸਹਿਜੇ ਪਾ ਲੈਣਾ ਕਰੇਗਾ, ਬਹੁਰ ਨਾ ਹੋਏਗੋ ਫੇਰਾ। ਤੇ ਦੁਬਾਰਾ ਜਿਹੜਾ ਸੰਸਾਰ ਦੇ ਵਿੱਚ ਆਉਣਾ ਜਾਣਾ ਜੀਵ ਦਾ ਮਿਟ ਜਾਵੇਗਾ। ਪਰ ਬੇਨਤੀ ਆਪਣੀ ਹਉਮੈ ਆਪਣੀ ਹੰਗਤਾ ਨੂੰ ਦੂਰ ਕਰਦਿਆਂ ਜੋ ਆਰੰਭਤਾ ਵਿੱਚ ਸਾਹਿਬ ਜੀ ਨੇ ਬਚਨ ਕੀਤੇ ਨੇ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨਹੀ ਸੁਣਿਆ ਦੁੱਖ ਸੁਖ ਮੇਰਾ, ਤੋ ਵਿਦ ਨੀਕੀ ਖਟਾਨੀ। ਬਸ ਮਨ ਦੇ ਵਿੱਚ ਭਾਵਨਾ ਇਹੀ ਰੱਖਣੀ ਹੈ ਕਿ ਸਾਹਿਬ ਜੀ ਆਪ ਜੀ ਵੱਡੇ ਹੋ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਆਪ ਦੀਆਂ ਵਡਿਆਈਆਂ ਨੂੰ ਅਸੀਂ ਕੁਝ ਕਹਿ ਨਹੀਂ ਸਕਦੇ, ਕਥਨ ਨਹੀਂ ਕਰ ਸਕਦੇ। ਇਉਂ ਗੁਰੂ ਚਰਨਾਂ ਵਿੱਚ ਸਦਾ ਵਾਸਤੇ ਨਿਮਾਣੇ ਨਿਤਾਣੇ ਬਣ ਕੇ ਬੇਨਤੀ ਕਰਨੀ ਚਾਹੀਦੀ ਹੈ। ਫਿਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਨਾਮ ਦੀ ਦਾਤ ਬਖਸ਼ਿਸ਼ ਕਰਕੇ ਆਪਣੇ ਸਿੱਖ ਦਾ ਸਤਿਗੁਰੂ ਜੀ ਲੋਕ ਤੇ ਪਰਲੋਕ ਸਵਾਰ ਦਿਆ ਕਰਦੇ ਜੀ। ਆਓ ਗੁਰਬਾਣੀ ਦੀ ਗੁਰ ਸ਼ਬਦ ਦੀ ਵਿਚਾਰ ਕਰਦੇ ਹਾਂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਸਤਿਗੁਰੂ ਔਰ ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ। ਬਖਸ਼ ਲੈਣਾ ਜੀ। ਆਓ ਸਾਰੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਸੁਣ ਕੇ ਸਮਾਪਤੀ ਕਰੀਏ ਜੀ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਣੀ, ਕਹੋ ਨਾਨਕ ਨੇ ਚਲ ਕਰ ਬਾਜਿਓ, ਗੁਰ ਕੀਓ ਬੰਦਾਨੀ। ਕਹੋ ਨਾਨਕ ਨੇ ਚਲ ਕਰ ਬਾਜਿਓ, ਗੁਰ ਕੀਓ ਬੰਦਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।